हाँ जी, नैक्सट थ्योरम है जॉर्डन डीकंपोजिशन थ्योरम। बहुत ही इंपॉर्टेंट थ्योरम आ बच्चों ये साडे कोल बाउंडेड वेरीएशन दी स्टेट एंड प्रूफ सानू कई बार आ जाती है। जॉर्डन डीकंपोजिशन थ्योरम स्टेटमेंट क्या एफ फंक्शन एफ इज of bounded variation defined on interval a to b if and only if f is difference of two monotonically increasing real valued function defined on a to b। ਕੀ ਕਹਿ ਰਿਹਾ ਕਹਿੰਦੇ ਬੱਚੇ ਕੋਈ ਫੰਕਸ਼ਨ ਹੋਊਗਾ f, ਇਹ ਫੰਕਸ਼ਨ ਬਾਉਂਡਡ ਵੇਰੀਏਸ਼ਨ ਫੰਕਸ਼ਨ ਹੋਏਗਾ ਕਦੋਂ, ਜਦੋਂ ਅਸੀਂ ਇਸ ਫੰਕਸ਼ਨ ਨੂੰ ਦੋ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋਈਏ ਤੇ ਉਹ ਦੋਨੋਂ ਫੰਕਸ਼ਨ ਕੀ ਹੋਣੇ ਚਾਹੀਦੇ ਨੇ, ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਹੋਣੇ ਚਾਹੀਦੇ ਨੇ। ਕੀ ਹੈ ਜੀ, ਕਹਿੰਦੇ ਕੋਈ ਫੰਕਸ਼ਨ f ਉਹ ਬਾਉਂਡਡ ਵੇਰੀਏਸ਼ਨ ਫੰਕਸ਼ਨ ਹੋਊਗਾ ਕਦੋਂ, ਜਦੋਂ ਅਸੀਂ f ਨੂੰ ਕੀ ਲਿਖ ਸਕਦੇ ਹਾਂ, ਦੋ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ 'ਚ ਲਿਖ ਸਕਦੇ ਹਾਂ ਤੇ ਉਹ ਦੋ ਫੰਕਸ਼ਨ ਅੱਗੋਂ ਕੀ ਨੇ, ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨਸ ਨੇ। ਐਂਡ ਇਹਦਾ ਕਨਵਰਸ ਵੀ ਟਰੂ ਆ ਬੱਚੇ, ਕਹਿੰਦੇ ਜੇ ਕੋਈ ਫੰਕਸ਼ਨ ਨੂੰ ਦੋ ਫੰਕਸ਼ਨ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਦੇ ਡਿਫਰੈਂਸ 'ਚ ਲਿਖਿਆ ਜਾ ਰਿਹਾ ਤਾਂ ਉਹ ਫੰਕਸ਼ਨ ਪੱਕਾ ਹੀ ਕਿਹੜਾ ਹੋਏਗਾ, ਬਾਉਂਡਡ ਵੇਰੀਏਸ਼ਨ ਫੰਕਸ਼ਨ ਹੋਏਗਾ। ਇਹ ਚੀਜ਼ ਵੀ ਹੋਲਡ ਕਰਦੀ ਹੈ, ਸੋ ਕਨਵਰਸ ਵੀ ਇਹਦਾ ਹੋਲਡ ਕਰਦਾ। ਸਭ ਤੋਂ ਪਹਿਲਾਂ ਅਸੀਂ ਸਪੋਜੀਸ਼ਨ ਕਰਕੇ ਚੱਲਦੇ ਹਾਂ ਬੱਚੇ ਕਿ ਐਫ ਆ ਜਿਹੜਾ ਫੰਕਸ਼ਨ ਉਹ ਬਾਉਂਡਡ ਵੇਰੀਏਸ਼ਨ ਫੰਕਸ਼ਨ ਹੈਗਾ ਤੇ ਪ੍ਰੂਫ ਕਰਾਉਣਾ ਕਿ ਐਫ ਨੂੰ ਅਸੀਂ ਦੋ ਫੰਕਸ਼ਨ ਦੇ ਡਿਫਰੈਂਸ ਦੇ ਵਿੱਚ ਲਿਖ ਸਕਦੇ ਹਾਂ, ਡਿਫਰੈਂਸ ਫਾਰਮ 'ਚ ਲਿਖ ਸਕਦੇ ਹਾਂ ਤੇ ਉਹ ਦੋ ਫੰਕਸ਼ਨਸ ਕੀ ਹੋਣਗੇ, ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਹੋਣਗੇ। ਹੁਣ ਇਹ ਫੰਕਸ਼ਨ ਕੁਝ ਵੀ ਹੋ ਸਕਦੇ ਨੇ ਬੱਚੇ, ਜੀ ਤੇ ਐਚ ਦੀ ਕੋਈ ਵੀ ਵੈਲਿਊ ਸਾਡੇ ਕੋਲ ਕੀ ਕਰ ਸਕਦੀ ਆ, ਐਗਜ਼ਿਸਟ ਕਰ ਸਕਦੀ ਆ। ਸੋ ਸਭ ਤੋਂ ਪਹਿਲਾਂ ਪ੍ਰੂਫ ਸਟਾਰਟ ਕਰਦੇ ਹਾਂ। ਫਸਟ ਪਾਰਟ ਸਾਡਾ ਕਹਿੰਦੇ ਇਫ ਐਫ ਇਜ਼ ਦ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ, ਲੈਟ ਕੀਤਾ ਕਹਿੰਦੇ ਸਾਡੇ ਕੋਲ ਐਫ ਕੀ ਹੈ, ਬਾਉਂਡਡ ਵੇਰੀਏਸ਼ਨ ਫੰਕਸ਼ਨ ਆ। ਹੁਣ ਬੱਚੇ ਇਹਦੇ ਲਈ ਸਾਨੂੰ ਕੀ ਚਾਹੀਦਾ, ਕਹਿੰਦੇ ਐਫ ਨੂੰ ਪ੍ਰੂਵ ਕਰਾਉਣਾ ਕਿ ਕਿਸੇ ਦੋ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ ਦੇ ਵਿੱਚ ਲਿਖਿਆ ਜਾ ਸਕੇ ਤੇ ਉਹ ਦੋ ਫੰਕਸ਼ਨਸ ਕੀ ਹੋਣੇ ਚਾਹੀਦੇ ਨੇ, ਮੋਨੋਟੋਨ ਇਨਕਰੀਜ਼ਿੰਗ। ਹੁਣ ਦੇਖੋ ਜਿਹੜੇ ਫੰਕਸ਼ਨਸ ਨੇ ਉਹ ਅਸੀਂ ਆਪਣੇ ਵੱਲੋਂ ਲੈਣੇ ਨੇ, ਜੇ ਡਿਫਾਈਨ ਕਰਨੇ ਨੇ ਤਾਂ ਅਸੀਂ ਇੱਕ ਐਲਫਾ ਐਕਸ ਲਿਆ, ਜੋ ਪਹਿਲਾ ਫੰਕਸ਼ਨ ਆ ਉਹਨੂੰ ਲੈ ਲਿਆ 1/2 ਐਫ ਐਕਸ ਪਲਸ ਬੀ ਆਫ ਐਕਸ। ਬੀ ਐਕਸ ਇੱਥੇ ਬੱਚੇ ਰਿਪਰੈਜ਼ੈਂਟ ਕਰ ਰਿਹਾ ਟੋਟਲ ਵੇਰੀਏਸ਼ਨ ਆਫ ਅ ਫੰਕਸ਼ਨ ਨੂੰ। ਬੀ ਐਕਸ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਟੋਟਲ ਵੇਰੀਏਸ਼ਨ ਆਫ ਅ ਫੰਕਸ਼ਨ, ਤੇ ਬੀ ਐਕਸ ਦੀ ਵੈਲਿਊ ਕਿਹਦੇ ਇਕੁਅਲ ਆ ਬੱਚੇ, ਬੀ ਐਫ ਔਨ ਏ ਟੂ ਐਕਸ। ਏ ਟੂ ਐਕਸ ਇੰਟਰਵਲ ਦੇ ਉੱਤੇ ਜਦੋਂ ਅਸੀਂ ਫੰਕਸ਼ਨ ਐਫ ਦੀ ਟੋਟਲ ਵੇਰੀਏਸ਼ਨ ਕੱਢੀ ਉਹਨੂੰ ਕਿਹਦੇ ਨਾਲ ਰਿਪਰੈਜ਼ੈਂਟ ਕਰਤਾ, ਬੀ ਆਫ ਐਕਸ ਦੇ ਨਾਲ। ਸੋ ਇੱਕ ਐਲਫਾ ਐਕਸ ਲਿਆ, ਐਲਫਾ ਐਕਸ ਕੀ ਲੈ ਲਿਆ 1/2 ਬੀ ਆਫ ਐਕਸ ਪਲਸ ਐਫ ਆਫ ਐਕਸ, ਤੇ ਦੂਸਰਾ ਕੀ ਲੈ ਲਿਆ, ਕੋਈ ਬੀਟਾ ਐਕਸ ਫੰਕਸ਼ਨ ਲੈ ਲਿਆ ਜੋ ਕਿਹਦੇ ਇਕੁਅਲ ਆ 1/2 ਬੀ ਆਫ ਐਕਸ ਮਾਈਨਸ ਐਫ ਆਫ ਐਕਸ ਦੇ ਇਕੁਅਲ ਆ। ਹੁਣ ਦੇਖੋ ਜੇ ਅਸੀਂ ਇਹਨਾਂ ਦੋਹਾਂ ਨੂੰ ਸਬਟਰੈਕਟ ਕਰਦੇ ਹਾਂ, ਆਹ ਟਰਮ ਤਾਂ ਕੈਂਸਲ ਹੋ ਜਾਣਗੀਆਂ, ਇੱਥੇ ਵੀ ਸਾਡੇ ਕੋਲ ਮਾਈਨਸ ਮਾਈਨਸ ਪਲੱਸ ਹੋ ਜਾਏਗਾ ਤਾਂ ਦੋਹਾਂ ਨੂੰ ਐਡ ਕਰਾਂਗੇ 2f ਐਕਸ ਆ ਜਾਊਗਾ, ਡਿਵਾਈਡ ਬਾਈ 2 ਨਾਲ 2 ਕੈਂਸਲ ਹੋ ਕੇ ਸਾਨੂੰ ਕੀ ਬਚੂਗਾ, ਐਫ ਆਫ ਐਕਸ। ਇਸ ਦਾ ਮਤਲਬ ਐਫ ਐਕਸ ਨੂੰ ਅਸੀਂ ਕੀ ਲਿਖ ਸਕਦੇ ਹਾਂ, ਐਲਫਾ ਐਕਸ ਮਾਈਨਸ ਬੀਟਾ ਐਕਸ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ, ਦੋ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ। ਹੁਣ ਅਗਲਾ ਕੀ ਹੈ, ਕਹਿੰਦੇ ਜਿੰਨਾ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ 'ਚ ਲਿਖਿਆ ਉਹ ਫੰਕਸ਼ਨ ਕੀ ਹੋਣੇ ਚਾਹੀਦੇ ਨੇ, ਮੋਨੋਟੋਨਿਕਲੀ ਇਨਕਰੀਜ਼ਿੰਗ ਹੋਣੇ ਚਾਹੀਦੇ ਨੇ। ਸੋ ਹੁਣ ਪ੍ਰੂਫ ਕੀ ਕਰਾਉਣਾ ਕਿ ਜਿਹੜੇ ਐਲਫਾ ਐਕਸ ਤੇ ਬੀਟਾ ਐਕਸ ਆ ਇਹ ਸਾਡੇ ਕੋਲ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨਸ ਨੇ। ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਕੀ ਸੀ ਬੱਚੇ, ਕਹਿੰਦੇ ਜੇ ਕੋਈ ਪੁਆਇੰਟ ਦੀ ਵੈਲਿਊ, ਜਿਵੇਂ ਹੁਣ ਐਕਸ ਨੋਟ ਦੀ ਵੈਲਿਊ x1 ਤੋਂ ਛੋਟੀ ਹੈ, x1 ਦੀ ਵੈਲਿਊ x2 ਤੋਂ ਛੋਟੀ ਹੈ, ਲੈਸ ਦੈਨ ਇਕੁਅਲ ਟੂ, ਤਾਂ ਜਦੋਂ ਇਹ ਪੁਆਇੰਟ ਫੰਕਸ਼ਨ ਦੇ ਵਿੱਚ ਪੁੱਟ ਕੀਤੇ ਐਫ ਐਕਸ ਨੋਟ ਐਫ ਐਕਸ 1, ਉਹ ਫੰਕਸ਼ਨਸ ਵੀ ਸਾਡੇ ਕੋਲ ਕੀ ਹੋਣਗੇ, ਛੋਟੇ ਹੋਣਗੇ। ਇਸ ਤਰ੍ਹਾਂ ਇਹ ਇਨਕੁਆਲਿਟੀ ਹੋਲਡ ਕਰਦੀ ਹੋਏਗੀ, ਇਨਕੁਆਲਿਟੀ ਪ੍ਰੀਜ਼ਰਵ ਰਹਿੰਦੀ ਹੋਏਗੀ, ਸੇਮ ਰਹਿੰਦੀ ਹੋਏਗੀ, ਤਾਂ ਇਹ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਹੁੰਦੇ ਆ। ਹੁਣ ਜੇ ਅਸੀਂ ਇੱਥੇ ਵੀ ਇਹੀ ਚੀਜ਼ ਪ੍ਰੂਵ ਕਰਾਉਣਾ ਚਾਹੁੰਦੇ ਹਾਂ, ਇਸ ਦਾ ਮਤਲਬ ਜੇ ਅਸੀਂ ਕੋਈ ਲੈ ਲਿਆ x1 ਤੇ x2, ਕੋਈ ਦੋ ਪੁਆਇੰਟ ਨੇ, ਇਹਨੂੰ ਉੱਤੇ ਐਲਫਾ ਅਪਲਾਈ ਕੀਤਾ ਤਾਂ ਸਾਡੇ ਕੋਲ ਐਲਫਾ x1 ਦੀ ਵੈਲਿਊ ਐਲਫਾ x2 ਤੋਂ ਛੋਟੀ ਹੋਣੀ ਚਾਹੀਦੀ ਆ, ਤੇ ਜਿਵੇਂ ਸਿਮਿਲਰ ਬੀਟਾ x1 ਦੀ ਵੈਲਿਊ ਸਾਡੇ ਕੋਲ ਬੀਟਾ x2 ਤੋਂ ਛੋਟੀ ਹੋਣੀ ਚਾਹੀਦੀ ਆ। ਜਾਂ ਬੱਚੇ ਇਹਨੂੰ ਇਨਕੁਆਲਿਟੀ ਨੂੰ ਜੇ ਆਪਾਂ ਬਣਾ ਲਈਏ ਤਾਂ ਐਲਫਾ ਇੱਧਰ ਲੈ ਜਾਓ ਤਾਂ ਇਹ ਬਣ ਜੂਗਾ ਐਲਫਾ x2 ਮਾਈਨਸ ਐਲਫਾ x1 ਦੀ ਵੈਲਿਊ ਕੀ ਹੋਣੀ ਚਾਹੀਦੀ ਹੈ, ਗ੍ਰੇਟਰ ਦੈਨ ਇਕੁਅਲ ਟੂ 0 ਹੋਣੀ ਚਾਹੀਦੀ ਹੈ। ਜੇ ਇਨਕੁਆਲਿਟੀ ਹੋਲਡ ਕਰ ਗਈ ਤਾਂ ਅਸੀਂ ਕਹਾਂਗੇ ਕਿ ਐਲਫਾ ਕੀ ਹੈ ਸਾਡੇ ਕੋਲ ਇਨਕਰੀਜ਼ਿੰਗ। ਸਿਮਿਲਰ ਇਹੀ ਪ੍ਰੋਸੈਸ ਅਸੀਂ ਬੀਟਾ ਦੇ ਲਈ ਕਰਾਂਗੇ ਤੇ ਉਹਨੂੰ ਪ੍ਰੂਵ ਕਰਾ ਦਾਂਗੇ ਕੀ ਹੈ, ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਆ। ਸੋ ਬੱਚੇ ਸਾਨੂੰ ਪਹਿਲਾਂ ਕੀ ਚਾਹੀਦਾ, ਕੋਈ ਦੋ ਪੁਆਇੰਟ ਚਾਹੀਦੇ ਆ x1 ਤੇ x2 ਇਨਕੁਆਲਿਟੀ ਨੂੰ ਹੋਲਡ ਕਰਾਉਣ ਲਈ। ਤਾਂ ਅਸੀਂ ਕੀ ਕਿਹਾ, ਕਹਿੰਦੇ x1 ਤੇ x2 ਕੋਈ ਸਾਡੇ ਕੋਲ ਦੋ ਪੁਆਇੰਟਸ ਨੇ, ਕਿਸ ਇੰਟਰਵਲ ਦੇ ਵਿੱਚੋਂ ਲੈ ਨੇ, a to b ਇੰਟਰਵਲ, ਕਿਉਂਕਿ ਫੰਕਸ਼ਨ ਉਹ 'ਤੇ ਡਿਫਾਈਨ ਆ। ਕਿਸ ਤਰ੍ਹਾਂ ਦੇ ਲੈ ਨੇ ਕਿ x1 ਦੀ ਵੈਲਿਊ x2 ਤੋਂ ਛੋਟੀ ਆ। ਸੋ ਐਲਫਾ x2 ਮਾਈਨਸ ਐਲਫਾ ਆਫ x1 ਕਿਹਦੇ ਇਕੁਅਲ ਆ ਗਿਆ, ਦੇਖੋ ਬੱਚੇ ਐਲਫਾ x2 ਮਾਈਨਸ ਐਲਫਾ x1, ਇਹੀ ਪ੍ਰੂਵ ਕਰਾਉਣਾ ਕਿ ਇਹਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ 0 ਆ। ਜੇ ਗ੍ਰੇਟਰ ਦੈਨ ਇਕੁਅਲ ਟੂ 0 ਆ ਗਈ ਤਾਂ ਮੋਨੋਟੋਨਿਕਲੀ ਇਨਕਰੀਜ਼ਿੰਗ। ਹੁਣ ਇਹਨਾਂ ਦੀ ਵੈਲਿਊ ਕੀ ਆਏਗੀ, ਜਦੋਂ ਬੱਚੇ ਐਲਫਾ ਦੇ ਵਿੱਚ x ਸੀਗਾ ਤਾਂ ਫੰਕਸ਼ਨ ਦੀ ਵੈਲਿਊ ਆ ਸੀਗੀ। ਹੁਣ ਜਿੱਥੇ ਜਿੱਥੇ x ਉਹਨੂੰ ਰਿਪਲੇਸ ਕਰ ਦਿਓ x ਆਫ 2 ਨਾਲ, ਤਾਂ ਇਹ ਬਣ ਜਾਏਗਾ 1/2 b ਆਫ x2 ਮਾਈਨਸ f ਆਫ x2।
ਜਦੋਂ ਅਸੀਂ x1 ਪੁੱਟ ਕੀਤਾ ਤਾਂ 1/2 b of x1 ਮਾਈਨਸ f of x1 ਇਹੀ ਟਰਮ ਬਣ ਜਾਏਗੀ। ਠੀਕ ਹੈ ਜੀ, ਅਸੀਂ ਇਹ ਸਬਸਟੀਟਿਊਟ ਕੀਤਾ। ਉਸ ਤੋਂ ਬਾਅਦ ਬੱਚੇ ਦੇਖੋ ਸਾਨੂੰ ਕੀ ਪ੍ਰੂਵ ਕਰਾਉਣਾ, ਕਹਿੰਦੇ ਜਿਹੜੀ ਇਹਦੇ ਵਿੱਚ ਆ ਵੈਲਿਊ ਲਿਖੀ ਹੋਈ ਆ, ਜਿਹੜੀ ਅਸੀਂ ਇਹਦੇ ਵਿੱਚ ਵੈਲਿਊ ਲਿਖੀ ਆ, ਜੇ ਇਹ ਸਾਡੇ ਕੋਲ ਸਾਰੀ ਗ੍ਰੇਟਰ ਦੈਨ ਇਕੁਅਲ ਟੂ 0 ਆ ਗਈ ਤਾਂ ਇਹਦੀ ਜਿਹੜੀ ਇਕੁਅਲ ਪਈ ਆ ਉਹ ਵੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ 0 ਆ ਜਾਏਗੀ। ਸੋ ਹੁਣ ਅਸੀਂ ਇਹ 'ਤੇ ਵਰਕ ਕਰ ਰਹੇ ਹਾਂ ਕਿ ਇਹ ਵੈਲਿਊ ਸਾਡੇ ਕੋਲ ਗ੍ਰੇਟਰ ਦੈਨ ਇਕੁਅਲ ਟੂ 0 ਹੈਗੀ ਆ ਜਾਂ ਨਹੀਂ। ਹੁਣ ਇਹਦੇ ਲਈ ਅਸੀਂ ਕੀ ਕੀਤਾ ਬੱਚੇ, ਟੋਟਲ ਵੇਰੀਏਸ਼ਨ ਦੀ ਡੈਫੀਨੇਸ਼ਨ ਨੂੰ ਯੂਜ਼ ਕਰਨਾ ਸਟਾਰਟ ਕੀਤਾ। ਕਹਿੰਦੇ ਜਿਹੜੀ ਟੋਟਲ ਵੇਰੀਏਸ਼ਨ ਆ ਉਹਦੇ ਵਿੱਚ ਸਾਨੂੰ ਕੀ ਚਾਹੀਦਾ ਹੁੰਦਾ, f(x2) ਜਿਹੜਾ ਵੀ f of xk ਮਾਈਨਸ f(xk ਮਾਈਨਸ 1) ਇਹਨਾਂ ਸਾਰਿਆਂ ਦਾ ਸੁਪਰੀਮਮ। ਅਸੀਂ ਇੱਕ ਪਰਟੀਕੂਲਰ ਪੁਆਇੰਟ ਲਿਆ ਜੋ ਸਾਨੂੰ ਇੱਥੇ ਨੀਡ ਸੀਗੀ, f(x2) ਮਾਈਨਸ f of x1 ਦਾ ਮੋਡ। ਦੇਖੋ ਜਦੋਂ ਅਸੀਂ ਇਸ ਇੰਟਰਵਲ ਦੇ ਵਿੱਚ ਫੰਕਸ਼ਨ ਦਾ ਡਿਫਰੈਂਸ ਚੈੱਕ ਕਰਾਂਗੇ ਉਹਦਾ ਮੋਡ ਲੈ ਕੇ, ਤਾਂ ਬੱਚੇ ਇਹ ਵੈਲਿਊ b of f x1 ਤੇ x2 ਤੋਂ ਛੋਟੀ ਹੀ ਹੋਏਗੀ, ਕਿਉਂਕਿ ਬੱਚੇ b x ਕੀ ਹੈ, ਬਾਊਂਡ ਟੋਟਲ ਵੇਰੀਏਸ਼ਨ ਆ। ਟੋਟਲ ਵੇਰੀਏਸ਼ਨ ਕੀ ਹੁੰਦਾ, ਸੁਪਰੀਮਮ ਹੁੰਦਾ ਇਸ ਜਿਹੜੀ ਆ ਇੰਡਿਫਰੈਂਸ ਆ ਉਹਦਾ ਸੁਪਰੀਮਮ। ਜੇ ਸੁਪਰੀਮਮ ਹੈ ਇਸਦਾ ਮਤਲਬ ਸਭ ਤੋਂ ਵੱਡੀ ਵੈਲਿਊ ਆ, ਤਾਂ ਇਹ ਸਭ ਤੋਂ ਵੱਡਾ ਹੀ ਹੋਏਗਾ b of f of x2। ਤਾਂ ਉਸ ਤੋਂ ਬਾਅਦ ਅਸੀਂ ਨੇ ਕੀ ਲਾਇਆ, ਇਹਦੇ ਉੱਤੇ ਇੱਕ ਟਰਮ ਇਹਦੇ ਵਿੱਚ ਐਡ ਤੇ ਸਬਟਰੈਕਟ ਕੀਤੀ। ਕਿਹੜੀ ਟਰਮ, b of f a x1 b of f a x1 ਐਡ ਐਂਡ ਸਬਟਰੈਕਟ ਕਿਉਂ ਕੀਤੀ, ਕਿਉਂਕਿ ਵਿੱਚ ਇਹਨੂੰ ਜਦੋਂ ਅਸੀਂ ਕੰਪਲੀਟ ਕਰਾਂਗੇ a to x1 ਫਿਰ x1 ਤੋਂ ਲੈ ਕੇ x2, ਤਾਂ ਇਹ ਪੂਰਾ ਇੱਕ ਇੰਟਰਵਲ ਬਣ ਜਾਏਗਾ a ਤੋਂ ਲੈ ਕੇ x of 2 ਤੱਕ, ਅਤੇ ਪਿਛਲੀ ਵੈਲਿਊ ਨੂੰ ਅਸੀਂ ਐਜ਼ ਇਟ ਇਜ਼ ਰਹਿਣ ਲੱਗੇ। ਤਾਂ ਬੱਚੇ ਇਹ ਬਣ ਗਿਆ b of f a x2 b of f a x1। ਦੇਖੋ ਹੁਣ ਜਦੋਂ ਅਸੀਂ ਸਟਾਰਟਿੰਗ 'ਚ ਕਿਹਾ, ਮੈਂ ਉਦੋਂ ਹੀ ਦੱਸਿਆ ਕਿ b of x ਕੀ ਹੈ ਸਾਡੇ ਕੋਲ, b of f ਔਨ ਇੰਟਰਵਲ a to x ਇਹਦੀ ਵੈਲਿਊ ਆ। ਤਾਂ ਇੱਥੇ ਦੇਖੋ ਸਾਡੇ ਕੋਲ ਹੁਣ ਕੀ ਹੈ, b of f a x2, ਤਾਂ ਇਹ ਕਿਹਦੇ ਇਕੁਅਲ ਹੋਊਗਾ, b x2 ਦੇ। ਫਿਰ ਅਗਲਾ ਇੰਟਰਵਲ ਕੀ ਹੈ, b a x1, ਤਾਂ ਇਹ ਕਿਹਦੇ ਇਕੁਅਲ ਹੋਊਗਾ, b of x1 ਦੇ। ਸੋ ਬੱਚੇ ਇਹਨਾਂ ਦੋਹਾਂ ਚੀਜ਼ਾਂ ਦੀ ਵੈਲਿਊ ਸਬਸਟੀਟਿਊਟ ਕੀਤੀ ਤਾਂ ਸਾਡੇ ਕੋਲ ਆ ਗਿਆ b x2 ਮਾਈਨਸ b x1। ਕੀ ਆ ਸਾਡੇ ਕੋਲ, ਕਹਿੰਦੇ ਮੋਡ ਆਫ f x2 ਮਾਈਨਸ f of x1 ਕੀ ਤੋਂ ਲੈਸ ਆ ਗਿਆ ਸਾਡੇ ਕੋਲ, b x1 2 ਮਾਈਨਸ b of x1। ਦੇਖੋ ਜਦੋਂ ਵੀ ਕਿਤੇ ਮੋਡ ਹੋਵੇ, ਮੋਡ ਦਾ ਮਤਲਬ ਉਹਦੇ ਵਿੱਚ ਨੈਗੇਟਿਵ ਵੈਲਿਊ ਵੀ ਆ, ਪੋਜ਼ੀਟਿਵ ਵੀ। ਇਸ ਦਾ ਮਤਲਬ ਜੇ ਅਸੀਂ ਇਹਦਾ ਮੋਡ ਓਪਨ ਕਰਾਂਗੇ ਤਾਂ ਇਹ ਬਣ ਸਕਦਾ ਹੈ ਜਦੋਂ ਇਹਦਾ ਪੋਜ਼ੀਟਿਵ ਸਾਈਡ ਆ ਉਹ ਵੀ ਇਹ ਤੋਂ ਛੋਟੀ ਆ, ਜਦੋਂ ਇਹ ਨੈਗੇਟਿਵ ਸਾਈਨ ਦੇ ਨਾਲ ਲਿਖਾਂਗੇ ਉਹ ਵੀ ਇਹ ਤੋਂ ਛੋਟਾ। ਸੋ f x2 ਮਾਈਨਸ f x1 ਕੀ ਤੋਂ ਲੈਸ ਆ, b x2 ਮਾਈਨਸ b x1 ਤੋਂ ਲੈਸ ਆ, ਅਤੇ ਮਾਈਨਸ ਦਾ ਸਿੰਬਲ ਜਦੋਂ ਇਹਦੇ ਮੂਹਰੇ ਲਾਇਆ ਉਹ ਵੀ ਇਸ ਤੋਂ ਕੀ ਆ, ਲੈਸ ਵੈਲਿਊ ਆ। ਹੁਣ ਦੇਖੋ ਬੱਚੇ ਜੇ ਆ ਪੂਰੀ ਦੀ ਪੂਰੀ ਟਰਮ ਇੱਧਰ ਲੈ ਜਾਓਗੇ ਤਾਂ ਇਹ ਕੀ ਬਣ ਜਾਏਗਾ, b x2 ਮਾਈਨਸ b x1 ਮਾਈਨਸ f x2 ਮਾਈਨਸ f of x1 ਬ੍ਰੈਕਟ 'ਚ ਅਸੀਂ ਓਪਨ ਨਹੀਂ ਕੀਤਾ, ਇਹ ਕਿਤੋਂ ਗ੍ਰੇਟਰ ਹੋ ਜਾਏਗਾ 0 ਤੋਂ। ਦੇਖੋ ਜਿਹੜੀ ਐਲਫਾ ਦੀ ਵੈਲਿਊ ਸੀ ਉਹਦੇ ਵਿੱਚ ਆਹੀ ਇਹ ਮਾਈਨਸ, ਹਾਂਜੀ, ਅਤੇ ਇੱਕ ਬੱਚੇ ਜਿਹੜਾ ਮਾਈਨਸ ਵਾਲਾ ਇਹ ਉੱਧਰ ਲੈ ਕੇ ਜਾਓਗੇ ਤਾਂ ਇਹ ਪਲੱਸ ਦੀ ਫਾਰਮ 'ਚ ਆ ਜਾਏਗਾ। ਦੋ ਇਨਕੁਐਲਿਟੀਜ਼ ਬਣ ਜਾਣਗੀਆਂ। ਤੁਸੀਂ ਦੇਖੋਗੇ ਕਿ ਅਸੀਂ ਐਲਫਾ x2 ਅਤੇ ਐਲਫਾ x1 ਦੀ ਜੋ ਵੈਲਿਊ ਨਿਕਲੀਆਂ ਨੇ ਉਹੀ ਇਹਦੇ ਇਕੁਅਲ ਹੀ ਸੀ। ਜੇ ਇਹ ਗ੍ਰੇਟਰ ਦੈਨ ਇਕੁਅਲ ਟੂ 0 ਤਾਂ ਵੀ ਇੱਕ ਗ੍ਰੇਟਰ ਦੈਨ ਇਕੁਅਲ ਟੂ 0 ਹੋਗਾ। ਸਿਮਿਲਰ ਬੀਟਾ ਵਾਲੀ ਵੈਲਿਊ ਵੀ ਗ੍ਰੇਟਰ ਦੈਨ ਇਕੁਅਲ ਟੂ 0 ਹੋ। ਸੋ ਐਲਫਾ x2 ਮਾਈਨਸ ਐਲਫਾ x1 ਜੇਕਰ ਗ੍ਰੇਟਰ ਦੈਨ ਇਕੁਅਲ ਟੂ 0 ਆ ਤਾਂ ਅਸੀਂ ਲਿਖ ਸਕਦੇ ਹਾਂ ਐਲਫਾ x2 ਇਜ਼ ਗ੍ਰੇਟਰ ਦੈਨ ਐਲਫਾ x1। ਤਾਂ ਫੰਕਸ਼ਨ ਕੀ ਹੋ ਗਿਆ, ਮੋਨੋਟੋਨ ਇਨਕਰੀਜ਼ਿੰਗ ਹੋ ਗਿਆ। ਇਹੀ ਕੰਡੀਸ਼ਨ ਅਸੀਂ ਸੇਮ ਬੱਚੇ ਬੀਟਾ 'ਤੇ ਲਗਾ ਕੇ ਪ੍ਰੂਵ ਕਰ ਸਕਦੇ ਹਾਂ, ਉਹ ਵੀ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਆ। ਸੋ ਸਾਡਾ ਪਹਿਲਾ ਪਾਰਟ ਹੋ ਗਿਆ, ਜੇਕਰ ਐਫ ਸਾਡੇ ਕੋਲ ਬਾਊਂਡਡ ਵੇਰੀਏਸ਼ਨ ਆ ਤਾਂ ਉਹਨੂੰ ਅਸੀਂ ਦੋ ਫੰਕਸ਼ਨ ਦੇ ਡਿਫਰੈਂਸ ਦੀ ਫਾਰਮ 'ਚ ਲਿਖ ਸਕਦੇ ਹਾਂ, ਅਤੇ ਉਹ ਫੰਕਸ਼ਨ ਅੱਗੋਂ ਕੀ ਹੋਣਗੇ, ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਹੋਣਗੇ। ਨੈਕਸਟ ਕੀ ਹੈ ਬੱਚੇ ਸਾਡੇ ਕੋਲ, ਕਹਿੰਦੇ ਇਹਦਾ ਕਨਵਰਸ ਪਾਰਟ। ਹੁਣ ਅਸੀਂ ਇਹ ਜ਼ੂਮ ਕਰਕੇ ਚੱਲਣਾ ਕਿ ਫੰਕਸ਼ਨ ਨੂੰ ਅਸੀਂ ਦੋ ਫੰਕਸ਼ਨ ਦੇ ਡਿਫਰੈਂਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਅਤੇ ਉਹ ਫੰਕਸ਼ਨ ਕੀ ਨੇ, ਮੋਨੋਟੋਨ ਇਨਕਰੀਜ਼ਿੰਗ, ਅਤੇ ਐਫ ਕੀ ਹੋਊਗਾ, ਐਫ ਕੀ ਹੋਏਗਾ, ਬਾਊਂਡਡ ਵੇਰੀਏਸ਼ਨ ਫੰਕਸ਼ਨ ਹੋਏਗਾ। ਦੇਖੋ ਜੇ ਐਫ ਬਾਊਂਡਡ ਵੇਰੀਏਸ਼ਨ ਕਰਾਉਣਾ ਤਾਂ ਬਾਊਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਕੀ ਕਹਿੰਦੀ ਹੈ, ਸਮੇਸ਼ਨ 1 to n ਡੈਲ ਆਫ ਐਫ ਆਫ ਕੇ ਦਾ ਮੋਡ ਸਮ ਕੌਂਸਟੈਂਟ ਤੋਂ ਲੈਸ, ਮਤਲਬ ਫਾਈਨਾਈਟ ਹੋਣਾ ਚਾਹੀਦਾ, ਤਾਂ ਐਫ ਕੀ ਹੁੰਦਾ, ਬਾਊਂਡਡ ਵੇਰੀਏਸ਼ਨ। ਤਾਂ ਅਸੀਂ ਲੈਟ ਕੀਤਾ, ਕਹਿੰਦੇ ਐਲਫਾ ਨੂੰ ਐਫ ਨੂੰ ਅਸੀਂ ਲਿਖ ਸਕਦੇ ਹਾਂ ਐਲਫਾ ਐਕਸ ਮਾਈਨਸ ਬੀਟਾ ਐਕਸ, ਵੇਅਰ ਐਲਫਾ ਐਕਸ ਐਂਡ ਬੀਟਾ ਆਰ ਦਾ ਬੋਥ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ। ਹੁਣ ਇੱਥੇ ਤੱਕ ਪਹੁੰਚਣਾ ਬੱਚੇ, ਇਹਦਾ ਮਤਲਬ ਜਦੋਂ ਅਸੀਂ ਇਹਦੀ ਆਹ ਡੈਲ ਦੀ ਵੈਲਿਊ ਭਰਦੇ ਹਾਂ ਤਾਂ ਇਹਦਾ ਮਤਲਬ ਐਫ ਕੇ ਮਾਈਨਸ ਐਫ ਕੇ ਮਾਈਨਸ 1 ਇਹਦੀ ਵੈਲਿਊ 'ਚ ਕੱਢਣੀ ਆ। ਤਾਂ ਅਸੀਂ ਲਿਖਿਆ ਐਫ ਆਫ ਐਕਸ ਐਕਸ ਕੇ, ਬੱਚੇ ਅਸੀਂ ਕੇ ਨਾਲ ਲਿਖਿਆ, ਉੱਥੇ ਆਈ ਨਾਲ ਕੋਈ ਪ੍ਰੋਬਲਮ ਨਹੀਂ, ਅਸੀਂ ਬਸ ਵੇਰੀਏਬਲ ਦਾ ਨੇਮ ਦੇਣਾ। ਦੇਖੋ ਐਫ ਦੀ ਵੈਲਿਊ ਕਿਹਦੇ ਇਕੁਅਲ ਆ, ਐਲਫਾ ਐਕਸ ਮਾਈਨਸ ਐਲਫਾ ਐਕਸ ਮਾਈਨਸ ਬੀਟਾ ਆਫ ਐਕਸ ਦੇ ਇਕੁਅਲ ਆ। ਸੋ ਬੱਚੇ ਇਹਨੂੰ ਜਾਂ ਤਾਂ ਇੱਥੇ ਜੀ ਅਤੇ ਐਚ ਕਰ ਲਓ, ਕਿਉਂਕਿ ਮੈਂ ਅੱਗੇ ਪ੍ਰੂਫ ਜੀ ਅਤੇ ਐਚ ਦੀ ਫਾਰਮ 'ਚ ਕਰਤਾ, ਨਹੀਂ ਫਿਰ ਜਿੱਥੇ ਆ ਜੀ ਅਤੇ ਐਚ ਲਿਖਿਆ ਹੋਇਆ ਇਹਨੂੰ ਐਲਫਾ ਅਤੇ ਬੀਟਾ ਕਰ ਲਓ, ਕੋਈ ਪ੍ਰੋਬਲਮ ਨਹੀਂ, ਬਸ ਫੰਕਸ਼ਨ ਨੂੰ ਨੇਮ ਦੇਣਾ ਸੀ, ਮੈਂ ਅੱਗੇ ਜੀ ਐਚ ਦੇ ਨਾਲ ਕਰਤਾ।
ਹੁਣ ਜਿੱਥੇ ਜਿੱਥੇ ਬੱਚੇ ਐਫ ਆ ਉੱਥੇ ਕੀ ਸਬਸਟੀਟਿਊਟ ਕਰ ਦੇਣਾ ਜੀ ਮਾਈਨਸ ਐਚ ਐਕਸ ਆਈ, ਜੀ ਮਾਈਨਸ ਐਕਸ ਆਈ ਮਾਈਨਸ 1। देखो ये बन गया। हुण उस तो बाद बच्चे इनू ओपन कर लो, ये बन जूगा जी ऑफ एक्स वन आई माइनस एच ऑफ एक्स ऑफ आई, फिर माइनस जी ऑफ एक्स आई माइनस वन माइनस माइनस प्लस एच ऑफ एक्स आई माइनस वन। ये टर्म बन गया। जी वाली टर्म्स नू अलग कर लो, एच वाली टर्म्स नू की कीता अलग किया। उस तो बाद अगेन देखिया बच्चे ये साडे कोल सारे दा मॉड सी, इत्थों तो लैके उरे तक दा मॉड, उरों तो लैके उरे तक का मॉड। बट साढ़े कोल प्रॉपर्टी है कि ए प्लस बी मॉड की तो लैस होंदा ए मॉड प्लस ऑफ बी मॉड। जो जी वाली टर्म तुसी सैपरेट कर लिया, एच वाली टर्म सैपरेट कर लिया, उस तो बाद उहदे उत्ते आ इनक्वालिटी ला दो, ए मूरे सिंपल आ जाएगा लैस दैन इक्वल टू दा दे सिंपल। देखो जी फंक्शन भी बाउंडेड वेरिएशन आ, एच फंक्शन सॉरी मोनोटोन फंक्शन आ, जी एच फंक्शन भी मोनोटोन इंक्रीजिंग फंक्शन आ। असीं एक थ्योरम कीती है, कहंदे बच्चों एवरी मोनोटोन फंक्शन इज़ अ बाउंडेड वेरिएशन। सो जी भी बाउंडेड वेरिएशन है, एच भी बाउंडेड वेरिएशन आ। जे जी बाउंडेड वेरिएशन आ तो इहदा सम की होएगा फाइनाइट बच्चे, जे एच बाउंडेड वेरिएशन तो इहदा सम भी की होएगा फाइनाइट। दोहां दा सम फाइनाइट आ, दोहां नूं ऐड करांगे तां भी आंसर की आएगा, कोई फाइनाइट वैल्यू आएगी। इसका मतलब इस एफ की वैल्यू की आ लैस दैन इनफिनिटी आ, मतलब फाइनाइट वैल्यू आ। जेकर एफ की वैल्यू भी फाइनाइट है तो बच्चे बाय डेफिनेशन एफ की हो जाएगा बाउंडेड वेरिएशन फंक्शन हो जाएगा। सो ये सी जॉर्डन डीकंपोजिशन थ्योरम जिहदे विच असीं प्रूव कराया कि एफ बाउंडेड वेरिएशन फंक्शन होएगा जदों असीं एफ नूं दो फंक्शन दी सबट्रैक्शन की फॉर्म च लिख सकते हैं तो वह फंक्शन अगों की होणगे मोनोटोन इनक्रीजिंग, तो यदा कन्वर्स भी की है ट्रू हुंदा बच्चे होल्ड करता हुंदा। आई होप तुहानूं क्लीयर होया होएगा। अगे नैक्सट है बच्चे साडे कोल अगली नैक्सट थ्योरम है 14। इफ एफ ए टू बी इज़ बाउंडेड वेरिएशन दैन एफ इज़ द डिफरेंस ऑफ टू स्ट्रिक्टली इनक्रीजिंग फंक्शन। अगे बच्चे इनू असीं की कह सकते हैं कि इसकी थोड़ी जनरलाइजेशन की हुई है। हुण तक असीं इस उपरली थ्योरम च असीं कराया इनक्रीजिंग फंक्शन, हुण क्या स्ट्रिक्टली इनक्रीजिंग। स्ट्रिक्टली इनक्रीजिंग तो इनक्रीजिंग च की डिफरेंस हुंदा बच्चे कि इनक्रीजिंग दे विच इनक्वालिटी आ जाती है, जिवें x1 लैस दैन x2 हो सकता, इनक्वालिटी इक्वल भी हो सकते हैं। बट स्ट्रिक्टली दे विच की होएगा सिंपल लैस दैन दा सिंबल होएगा, नॉन ओवरलैपिंग इंटरवल होंगे, मतलब साडे कोल क्या इक्वालिटी नहीं होएगी, जो दो वैल्यूज़ लईआं ने डिफरेंट ही होणीआं। हुण प्रूव कराना कि जे एफ फंक्शन आ बाउंडेड वेरिएशन का तो असीं उहनूं किसी दो स्ट्रिक्टली इनक्रीजिंग फंक्शन के डिफरेंस की फॉर्म दे विच भी लिख सकते हैं। स्ट्रिक्टली इनक्रीजिंग मतलब उहदे विच जो वैल्यूज़ ने उन्हां दे विच इक्वल दा सिंबल आ जिहड़ा ओह नहीं आएगा। कहते बच्चे हुण इहदे लई उस उपरली थ्योरम का प्रूफ करांगे, जॉर्डन डीकंपोजिशन का यूज़ करांगे। उपर असीं की कहते कोई फंक्शन आ उहनूं असीं दो फंक्शन की फॉर्म डिफरेंस च लिख सकते हैं, जो फंक्शन की होणगे मोनोटोन इनक्रीजिंग होंगे। हुण बच्चे जिहड़ा फंक्शन आ फाई ये भी मोनोटोन इनक्रीजिंग आ, ये भी मोनोटोन इनक्रीजिंग आ। एक डिफाइनमेंट कर लो कि फाई दे विच असीं कुछ जी ऐड किया, कोई एक होर फंक्शन ऐड किया, तो जिहड़ा जी एक्स फंक्शन है ये स्ट्रिक्टली इनक्रीजिंग आ, मतलब ये किते इनक्वालिटी जो बच्चे ये फिर आ ऐड करोगे तो भी स्ट्रिक्टली इनक्रीजिंग है जूगा। इनू नवा नेम दे लो एक्साई ऑफ 1। सिमिलर कहते सैकेंड एक फाई टू जो फंक्शन है वो भी यही जी एक्स ऐड कर दो तो ये बन जाएगा एक्साई 2। देखो हुण जो एक्साई 1 है एक्साई 2 है, इन्होंने दोहां की वैल्यू असीं ने कर ली। हुण प्रूव कराना कि जो फंक्शन एफ आ उन्होंने एक्साई 1 माइनस एक्साई 2 की फॉर्म के असीं लिख सकते हैं, तो स्ट्रिक्टली इनक्रीजिंग हो जाएंगे क्योंकि एक्साई 1 एक्साई 2 दोनों स्ट्रिक्टली इनक्रीजिंग हो गए, तो मतलब ये डिफरेंस असीं ने प्रूव कराना। देखो इत्थों फिर स्टार्ट करते हैं, असीं एफ नूं किवें लिख सकते हैं फाई 1 माइनस फाई ऑफ 2, तो ये एक टर्म ऐड ते सबट्रैक्ट कर दो बच्चे जी एक्स माइनस ऑफ जी एक्स, जिहड़ी साडे कोल सबट्रैक्शन वाली उन्होंने पहले नाल लै लो फाई 1 दे नाल, फाई 1 माइनस जी एक्स, तो दूसरी जी माइनस प्लस वाली टर्म उन्होंने ये नाल लै लो, तो बच्चे जो माइनस की कर लो कॉमन कर लो, तो कुछ इस तरह की साडे कोल वैल्यू आ जिहड़ी ओह बन जाए इस तरह। देखो फाई 1 प्लस जी, फाई 2 प्लस जी किहदे इक्वल सीगा एक्साई दे, फाई 2 किहदे इक्वल सी एक्साई 2 दे। सो एफ एक्स किहदे इक्वल आ गया एक्साई 1 माइनस एक्साई 2, दो स्ट्रिक्टली इनक्रीजिंग फंक्शन की डिफरेंस फॉर्म दे विच आ गया। ये सी साडा 14 आर्टिकल। जेकर एफ कोई बाउंडेड वेरिएशन है तो उसनूं स्ट्रिक्टली इनक्रीजिंग फंक्शन की डिफरेंस की फॉर्म दे विच भी लिख सकते हैं। आई होप यू एंजॉयड। थैंक यू फॉर वॉचिंग।